ਅੱਜ ਆਪਾਂ शुरू ਕਰਨ ਲੱਗੇ 21ਵਾਂ ਪ੍ਰਸ਼ਨ। ਪ੍ਰਧਾਨ ਮੰਤਰੀ ਦੀ ਨਿਯੁਕਤੀ ਵਿੱਚ ਰਾਸ਼ਟਰਪਤੀ ਆਪਣੇ ਡਿਸਕ੍ਰੇਸ਼ਨ ਪਾਵਰ ਹੈ ਜੋ ਵਿਵੇਕ ਦੀ ਵਰਤੋਂ ਕਦੋਂ ਕਰ ਸਕਦਾ ਹੈ? ਆਪਸ਼ਨ ਨੇ ਜੀ, ਜਦੋਂ ਕੋਈ ਰਾਜਨੀਤਿਕ ਗਠਜੋੜ ਲੋਕ ਸਭਾ ਵਿੱਚ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਕਰਦਾ। ਅਗਲਾ ਕੇਵਲ ਉਦੋਂ ਜਦੋਂ ਲੋਕ ਸਭਾ ਭੰਗ ਹੋ ਗਈ ਹੋਵੇ, ਸਾਰੇ ਹਾਲਾਤਾਂ ਵਿੱਚ ਜਾਂ ਕਿਸੇ ਵੀ ਸਥਿਤੀ ਵਿੱਚ ਨਹੀਂ। ਸਹੀ ਆਨਸਰ ਹੈ ਜੀ, ਜਦੋਂ ਕੋਈ ਵੀ ਰਾਜਨੀਤਿਕ ਗਠਜੋੜ ਲੋਕ ਸਭਾ ਵਿੱਚ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਕਰਦਾ, ਤਾਂ ਉਸ ਸਮੇਂ ਰਾਸ਼ਟਰਪਤੀ ਵੀ ਕਿਸੇ ਵੀ ਪਾਰਟੀ ਨੂੰ ਜਿਸ ਦੀਆਂ ਜ਼ਿਆਦਾ ਸੀਟਾਂ ਜਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸੱਦਾ ਦਿੰਦਾ ਹੈ। ਉਸ ਦੀ ਮਰਜ਼ੀ ਆ, ਉਹ ਬੁਲਾ ਵੀ ਸਕਦਾ ਅਤੇ ਨਹੀਂ ਵੀ ਬੁਲਾ ਸਕਦਾ। ਅਗਲਾ ਪ੍ਰਸ਼ਨ ਦੇਖਦੇ ਹਾਂ। ਜੇ ਕਿਸੇ ਦੇਸ਼ ਵਿੱਚ ਰਾਜਤੰਤਰ ਦੇ ਹੋਣ ਦੇ ਨਾਲ ਸੰਸਦੀ ਰੂਪ ਵੀ ਹੋਵੇ ਤਾਂ ਇਸ ਤਰ੍ਹਾਂ ਦਾ ਜੋ ਸਿਸਟਮ ਹੈ ਜਾਂ ਰਾਜ ਹੈ ਉਸਨੂੰ ਕਿਵੇਂ ਬੁਲਾਇਆ ਜਾਊਗਾ, ਕੀ ਕਹਿ ਕੇ ਬੁਲਾਇਆ ਜਾਊਗਾ? ਤਾਂ ਰਾਜ ਦੀ ਮੁਖੀ, ਕੈਬਨਿਟ ਦਾ ਮੁਖੀ, ਸਰਕਾਰ ਦਾ ਮੁਖੀ, ਸਰਕਾਰ ਅਤੇ ਰਾਜ ਦੇ ਦੋਵਾਂ ਦਾ ਮੁਖੀ। ਤਾਂ ਉਸਨੂੰ ਕਿਹਾ ਜਾਊਗਾ ਰਾਜ ਦਾ ਮੁਖੀ। ਜਿਵੇਂ ਪ੍ਰੈਜ਼ੀਡੈਂਟ ਹੈ ਇੰਡੀਆ ਦਾ, ਉਸਨੂੰ ਹੈੱਡ ਆਫ ਦੀ ਸਟੇਟ ਕਹਿੰਦੇ ਨੇ। ਤਾਂ ਪ੍ਰੈਜ਼ੀਡੈਂਟ ਕੌਣ ਆਪਣੇ ਸਟੇਟ ਦਾ? ਉਹ ਹੈਗਾ ਜੀ ਰਾਮਨਾਥ ਕੋਵਿੰਦ, ਜਿਹੜਾ ਕਿ 2017 ਦੇ ਵਿੱਚ ਬਣਿਆ ਸੀਗਾ। ਤਾਂ ਉਹ ਕੀ ਹੈ? ਹੈੱਡ ਆਫ ਦੀ ਸਟੇਟ ਹੈ। ਠੀਕ ਹੈ ਜੀ। ਪ੍ਰੈਜ਼ੀਡੈਂਟ ਕਿਹੜੇ ਆਰਟੀਕਲ 'ਚ ਆਉਂਦਾ? 55 ਆਰਟੀਕਲ ਦੇ ਵਿੱਚ। ਅਤੇ ਜੋ ਪ੍ਰਾਈਮ ਮਿਨਿਸਟਰ ਹੁੰਦਾ ਹੈ ਹੈੱਡ ਆਫ ਦੀ ਗਵਰਨਮੈਂਟ। ਤਾਂ ਪ੍ਰਧਾਨ ਮੰਤਰੀ ਕੌਣ ਹੈ? ਨਰਿੰਦਰ ਮੋਦੀ। ਤਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਰਾਜ ਸਭਾ ਨੂੰ ਵਿਧਾਨ ਪਰਿਸ਼ਦ ਤੋਂ ਵੱਖ ਕਰਨ ਵਾਲੀ ਇੱਕ ਵਿਸ਼ੇਸ਼ਤਾ ਹੈ। ਰਾਜ ਸਭਾ ਅਤੇ ਵਿਧਾਨ ਪਰਿਸ਼ਦ ਦੇ ਵਿੱਚ ਕੀ ਫਰਕ ਹੈ? ਜੋ ਕਿ ਰਾਜ ਸਭਾ ਦੇ ਵਿੱਚ ਹੁੰਦਾ, ਵਿਧਾਨ ਪਰਿਸ਼ਦ ਦੇ ਵਿੱਚ ਨਹੀਂ ਹੁੰਦਾ। ਮਹਾਵਿਯੋਗ ਦੀ ਸ਼ਕਤੀ, ਇਹ ਗਲਤ ਹੋ ਗਿਆ। ਅਸਿੱਧੀ ਚੋਣ, ਮੈਂਬਰਾਂ ਦੀ ਨਾਮਜ਼ਦਗੀ, ਸੱਦਤਾ ਦਾ ਕਾਰਜਕਾਲ। ਤਾਂ ਸਹੀ ਆਨਸਰ ਹੈਗਾ ਜੀ ਇੰਪੀਚਮੈਂਟ। ਜਦੋਂ ਇੰਪੀਚਮੈਂਟ ਕਰਨਾ ਹੈ ਉਹ ਰਾਜ ਸਭਾ ਦੇ ਵਿੱਚ ਹੋ ਸਕਦਾ। ਵਿਧਾਨ ਪਰਿਸ਼ਦ ਹੁੰਦੀ ਆ ਉਹ ਸਟੇਟ ਦੀ ਹੁੰਦੀ ਹੈ। ਜਿਵੇਂ ਸੈਂਟਰ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਨੇ। ਆਰਟੀਕਲ 79 ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਹੁੰਦੀ ਹੈ। ਉਸੀ ਤਰ੍ਹਾਂ ਸਟੇਟ ਦੇ ਵਿੱਚ ਜਿਸ ਦੀ ਸਟੇਟ ਦੀ ਪਾਪੂਲੇਸ਼ਨ ਜ਼ਿਆਦਾ ਹੁੰਦੀ ਹੈ ਉੱਥੇ ਵਿਧਾਨ ਪਰਿਸ਼ਦ ਅਤੇ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਾਰੇ ਰਾਜਾਂ ਦੇ ਮੁੱਖ ਮੰਤਰੀ ਐਕਸਪੀਸ਼ੀਓ ਕਾਰਜਕਾਰੀ ਜਾਂ ਮੈਂਬਰ ਹੁੰਦੇ ਹਨ। ਕਿਸ ਦੇ ਹੁੰਦੇ ਨੇ? ਯੋਜਨਾ ਕਮਿਸ਼ਨ ਦੇ, ਰਾਸ਼ਟਰੀ ਵਿਕਾਸ ਪਰਿਸ਼ਦ ਦੇ, ਅੰਤਰਰਾਜ ਪਰਿਸ਼ਦ ਦੇ, ਵਿੱਤ ਕਮਿਸ਼ਨ ਦੇ। ਤਾਂ ਜੋ ਇੰਟਰ ਸਟੇਟ ਕੌਂਸਲ ਹੈ ਜਾਂ ਅੰਤਰਰਾਜ ਪਰਿਸ਼ਦ ਹੈ, ਸਾਰੇ ਦੇ ਸਾਰੇ ਜਿਹੜੇ ਵੀ ਚੀਫ ਮਿਨਿਸਟਰਸ ਨੇ ਆਲ ਸਟੇਟਸ ਦੇ, ਉਹ ਇਸ ਦੇ ਮੈਂਬਰ ਹੁੰਦੇ ਨੇ। ਜਾਂ ਜਿਵੇਂ ਕਿ ਉਹ ਜੇ ਕੋਈ ਚੀਫ ਮਿਨਿਸਟਰ ਬਣ ਜਾਂਦਾ ਹੈ ਤਾਂ ਉਹ ਇੰਟਰ ਸਟੇਟ ਕੌਂਸਲ ਦੇ ਮੈਂਬਰ ਵੀ ਬਣ ਜਾਂਦੇ ਨੇ। ਅਗਲਾ ਕੁਐਸ਼ਨ ਹੈ ਕਿ ਹੇਠ ਲਿਖੇ ਵਿੱਚੋਂ ਕਿਸ ਕੋਲ ਜਨਤਕ ਧਨ ਦੇ ਖਰਚ ਨੂੰ ਮਨਜ਼ੂਰੀ ਦੇਣ ਦਾ ਅੰਤਿਮ ਅਧਿਕਾਰ ਹੈ ਇੰਡੀਆ ਦੇ ਵਿੱਚ? ਤਾਂ ਉਹ ਹੈਗਾ ਜੀ ਰਾਸ਼ਟਰਪਤੀ ਦੇ ਕੋਲ। ਰਾਸ਼ਟਰਪਤੀ ਹੈ ਜਿਹੜਾ, ਜਿੰਨਾ ਵੀ ਧਨ ਹੈ, ਖਰਚਾ ਹੈ, ਉਸਨੂੰ ਟੈਕਸੇਸ਼ਨ ਹੈ, ਉਸਦੀ ਜੋ ਹੈ ਅਨੁਮਤੀ ਦਿੰਦਾ। ਇਸ ਦੀ ਮਨਜ਼ੂਰੀ ਤੋਂ ਬਿਨਾਂ ਇਹ ਅੱਗੇ ਨਹੀਂ ਪਾਸ ਵੀ ਨਹੀਂ ਕੀਤਾ ਜਾ ਸਕਦਾ, ਇੰਟਰੋਡਿਊਸ ਨਹੀਂ ਕੀਤਾ ਜਾ ਸਕਦਾ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ। ਅਗਲਾ 26ਵਾਂ ਕੁਐਸ਼ਨ ਦੇਖਦੇ ਹਾਂ। ਰਾਜਪਾਲ ਵਜੋਂ ਨਿਯੁਕਤੀ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਜ਼ਰੂਰੀ ਯੋਗਤਾ ਨਹੀਂ ਹੈ? ਉਹ ਕਿਹੜੀ ਯੋਗਤਾ ਹੈ ਜਿਹੜੀ ਰਾਜਪਾਲ ਲਈ ਜ਼ਰੂਰੀ ਇਹਦੇ ਵਿੱਚੋਂ ਨਹੀਂ ਹੈ? ਉਹ ਲਾਜ਼ਮੀ ਤੌਰ 'ਤੇ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਉਹ ਉਸ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਉਸ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਉਸ ਨੇ 35 ਸਾਲ ਦੀ ਉਮਰ ਪੂਰੀ ਕੀਤੀ ਹੋਣੀ ਚਾਹੀਦੀ ਹੈ। ਤਾਂ ਸਹੀ ਆਨਸਰ ਹੈ ਜੀ, ਇਹਨਾਂ ਦੇ ਵਿੱਚੋਂ ਆਪਾਂ ਨੇ ਦੱਸਣਾ ਕਿਹੜਾ ਨਹੀਂ। ਯੋਗਤਾ ਤਾਂ ਬਾਕੀ ਸਹੀ ਨੇ, ਤਾਂ ਇਹਨਾਂ ਦੇ ਵਿੱਚ ਇੱਕ ਗਲਤ ਕਿਹੜੀ ਹੈ? ਦੂਜਾ, ਉਹ ਉਸ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਨਿਯੁਕਤ ਕੀਤਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਉਹ ਉਸੇ ਸਟੇਟ ਦਾ ਹੋਵੇ, ਉਹ ਕਿਸੇ ਹੋਰ ਸਟੇਟ ਦਾ ਵੀ ਹੋ ਸਕਦਾ ਹੈ। ਜਿਵੇਂ ਕਿ ਪੰਜਾਬ ਦਾ ਜੋ ਗਵਰਨਰ ਹੈ BP ਸਿੰਘ ਬਦਨੌਰ, ਇਹ ਰਾਜਸਥਾਨ ਦਾ, ਤਾਂ ਇਹ ਜ਼ਰੂਰੀ ਨਹੀਂ ਹੈ ਵੀ ਉਸੇ ਸਟੇਟ ਦਾ ਹੋਵੇ। ਤਾਂ ਗਵਰਨਰ ਦਾ ਆਰਟੀਕਲ ਆਉਂਦਾ ਜੀ 153 ਆਰਟੀਕਲ ਦੇ ਵਿੱਚ ਗਵਰਨਰ ਆਉਂਦਾ ਜੀ।
ਉਸ ਤੋਂ ਬਾਅਦ 27ਵਾਂ ਕੁਐਸਚਨ ਦੇਖਦੇ ਹਾਂ। ਰਾਸ਼ਟਰਪਤੀ ਅਨੁਸਾਰ ਰਾਜ ਸਭਾ ਦੇ 12 ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ। ਉਹ ਕਿਹੜੇ ਕਿਹੜੇ ਨੇ ਜੀ? ਜਿਹੜੇ ਵਿਗਿਆਨ, ਕਲਾ, ਸਾਹਿਤ, ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵਧੀਆ ਕੰਮ ਕਰਦੇ ਹੋਣ, ਉਹਨਾਂ ਨੂੰ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਨੋਮੀਨੇਟ ਕਰਦਾ ਹੈ 12 ਜਣਿਆਂ ਨੂੰ ਰਾਜ ਸਭਾ ਦੇ ਵਿੱਚ, ਠੀਕ ਹੈ ਜੀ। ਅਤੇ 2 ਜਣਿਆਂ ਨੂੰ ਲੋਕ ਸਭਾ ਦੇ ਵਿੱਚ ਨੋਮੀਨੇਟ ਕਰਦਾ ਹੈ। ਅਗਲਾ ਕੁਐਸਚਨ ਦੇਖਦੇ ਹਾਂ। ਸੰਵਿਧਾਨ ਦਾ ਕਿਹੜੀ ਧਾਰਾ ਜਿਹੜੀ ਰਾਸ਼ਟਰਪਤੀ ਨੂੰ ਇੱਕ ਕਮਿਸ਼ਨ ਨਿਯੁਕਤ ਕਰਨ ਦਾ ਅਧਿਕਾਰ ਦਿੰਦੀ ਹੈ ਜੋ ਪਛੜੀਆਂ ਸ਼੍ਰੇਣੀਆਂ ਦੀ ਸਥਿਤੀ ਦੀ ਜਾਂਚ ਕਰਦਾ ਹੈ ਅਤੇ ਉਹਨਾਂ ਲਈ ਸੁਝਾਅ ਦਿੰਦਾ ਹੈ? ਇਹ ਆਰਟੀਕਲ ਹੈ ਜੀ 340। ਜੋ OBC ਨੇ ਉਹਨਾਂ ਦੇ ਉੱਤੇ ਕਮਿਸ਼ਨ ਬਿਠਾਉਂਦੇ ਨੇ ਅਤੇ ਉਹ ਆਰਟੀਕਲ ਦੇ ਵਿੱਚ ਇਹਨਾਂ ਨੂੰ ਨਿਯੁਕਤ ਕਰਨ ਦੀ 340 ਆਰਟੀਕਲ ਹੈ, ਉਹ ਇਸ ਨੂੰ ਪਾਵਰ ਦਿੰਦਾ ਕਿ ਉਹ ਇੱਕ ਕਮਿਸ਼ਨ ਬਣਾ ਸਕੇ OBC ਦੇ ਕੋਈ ਵੀ ਸਮੱਸਿਆ ਵਾਸਤੇ। ਭਾਰਤ ਦੇ ਰਾਸ਼ਟਰਪਤੀ ਦੇ ਵਿਰੁੱਧ ਕੌਣ ਮਹਾਭਿਯੋਗ ਦੀ ਕਾਰਵਾਈ ਸ਼ੁਰੂ ਕਰ ਸਕਦਾ ਹੈ? ਪਹਿਲਾ ਕੋਈ ਆਪਸ਼ਨ ਹੈ ਸੰਸਦ ਦਾ ਕੋਈ ਵੀ ਸਦਨ, ਕੋਈ ਵੀ ਵਿਧਾਨ ਸਭਾ, ਸਿਰਫ ਲੋਕ ਸਭਾ, ਰਾਜ ਸਭਾ। ਇਹਦੇ ਵਿੱਚ ਆਪਾਂ ਇੱਥੇ ਦੋਵਾਂ ਦੇ ਵਿੱਚ ਕੀਤਾ ਜਾ ਸਕਦਾ ਹੈ, ਲੋਕ ਸਭਾ ਦੇ ਵਿੱਚ ਵੀ ਅਤੇ ਰਾਜ ਸਭਾ ਦੇ ਵਿੱਚ ਵੀ। ਤਾਂ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨਾ ਹੋਵੇ ਜਾਂ ਮਹਾਭਿਯੋਗ ਪਾਸ ਕਰਨਾ ਹੋਵੇ ਤਾਂ ਸੀਟ ਤੋਂ ਹਟਾਉਣਾ ਹੋਵੇ ਤਾਂ ਉਹਦੇ ਵਾਸਤੇ ਆਰਟੀਕਲ ਹੈ 61 ਆਰਟੀਕਲ ਦੇ ਤਹਿਤ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਦੋਵੇਂ ਪਾਸੇ ਤੋਂ ਕਿਤੋਂ ਵੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਨਿਯੁਕਤ ਹੋਣ ਵਾਲੇ ਰਾਜ ਸਭਾ ਦਾ ਮੈਂਬਰ ਕੌਣ ਸੀ? ਉਹ ਪ੍ਰਧਾਨ ਮੰਤਰੀ ਦੱਸਣਾ ਜਦੋਂ ਉਹ ਨਿਯੁਕਤ ਹੋਇਆ ਸੀ ਉਦੋਂ ਉਹ ਰਾਜ ਸਭਾ ਦਾ ਮੈਂਬਰ ਸੀ। ਕੌਣ ਸੀ ਉਹ? ਇੰਦਰਾ ਗਾਂਧੀ ਰਾਜ ਸਭਾ ਦੇ ਮੈਂਬਰ ਸੀ ਜਦੋਂ ਇਹ ਪ੍ਰਧਾਨ ਮੰਤਰੀ ਬਣੇ। ਤਾਂ ਪਹਿਲੇ ਪ੍ਰਧਾਨ ਮੰਤਰੀ ਕੌਣ ਨੇ ਆਪਣੇ? ਉਹ ਹੈਗੇ ਨੇ ਜਵਾਹਰ ਲਾਲ ਨਹਿਰੂ। ਅਤੇ ਪਹਿਲੇ ਪ੍ਰੈਜ਼ੀਡੈਂਟ ਕੌਣ ਨੇ? ਡਾਕਟਰ ਰਾਜਿੰਦਰ ਪ੍ਰਸਾਦ। ਅਤੇ ਫਸਟ ਵਾਈਸ ਪ੍ਰੈਜ਼ੀਡੈਂਟ ਕੌਣ ਨੇ ਆਪਣੇ? ਉਹ ਹੈਗੇ ਨੇ ਜੀ S ਰਾਧਾ ਕ੍ਰਿਸ਼ਨਨ, ਜੋ 1952 ਤੋਂ 1962 ਦੇ ਵਿੱਚ ਰਹੇ ਸੀ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਅੱਗੇ ਵੇਖਦੇ ਹਾਂ ਅਗਲਾ ਕੁਐਸਚਨ। ਰਾਜਪਾਲ ਵਜੋਂ ਨਿਯੁਕਤੀ ਲਈ ਘੱਟੋ ਘੱਟ ਕਿੰਨੀ ਉਮਰ ਚਾਹੀਦੀ ਹੈ? ਰਾਜਪਾਲ ਦੀ ਘੱਟੋ ਘੱਟ ਉਮਰ ਚਾਹੀਦੀ ਹੈ 35 ਸਾਲ। ਸਿੱਧਾ ਕੁਐਸਚਨ ਹੈ ਜੀ। ਅਤੇ ਇਹਦਾ ਆਰਟੀਕਲ ਤੁਹਾਨੂੰ ਦੱਸਤਾ ਸੀਗਾ, ਕਿੰਨਾ ਆਰਟੀਕਲ ਹੈ? 153। ਕਿਸੇ ਰਾਜ ਦਾ ਮੁੱਖ ਮੰਤਰੀ ਜ਼ਿੰਮੇਵਾਰ ਕਿੱਥੇ ਜ਼ਿੰਮੇਵਾਰ ਹੁੰਦਾ ਹੈ? ਉਹ ਹੁੰਦਾ ਹੈ ਜੀ ਪ੍ਰਧਾਨ ਮੰਤਰੀ ਨੂੰ, ਰਾਜ ਸਭਾ ਨੂੰ, ਵਿਧਾਨ ਸਭਾ ਨੂੰ, ਰਾਜਪਾਲ ਨੂੰ। ਤਾਂ ਜੀ ਉਹ ਹੁੰਦਾ ਵਿਧਾਨ ਸਭਾ ਨੂੰ, ਜਿਹੜੀ ਕਿ ਸਟੇਟ ਦੇ ਵਿੱਚ ਹੁੰਦੀ ਹੈ, ਜਿੱਥੋਂ ਦਾ ਉਹ ਮੁੱਖ ਮੰਤਰੀ ਹੁੰਦਾ ਹੈ। ਤਾਂ ਚੀਫ ਮਿਨਿਸਟਰ ਦਾ ਆਰਟੀਕਲ ਦੇਖ ਲੈਂਦੇ ਹਾਂ। ਚੀਫ ਮਿਨਿਸਟਰ ਦਾ ਆਰਟੀਕਲ ਹੈਗਾ 161। 161 ਆਰਟੀਕਲ ਦੇ ਵਿੱਚ ਆਉਂਦਾ। ਅਤੇ ਪੰਜਾਬ ਦਾ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਨੇ। ਅਤੇ ਫਸਟ ਜੋ CM ਸੀ, ਚੀਫ ਮਿਨਿਸਟਰ ਸੀ ਪੰਜਾਬ ਦੇ, ਉਹ ਸੀ ਗੋਪੀ ਚੰਦ ਭਾਰਗਵ। ਫਸਟ ਸੀ ਉਹ ਗੋਪੀ ਚੰਦ ਭਾਰਗਵ। ਅਤੇ ਅੱਗੇ ਚੱਲਦੇ ਹਾਂ। ਆਰਮਡ ਫੋਰਸਿਸ ਦੇ ਪ੍ਰਬੰਧਕੀ ਅਧਿਕਾਰਸ਼ੀਲ ਨਿਯੰਤਰਣ ਦੁਆਰਾ ਵਰਤੀ ਜਾਂਦੀ ਹੈ। ਜੋ ਆਰਮਡ ਫੋਰਸਿਸ ਦੇ ਪ੍ਰਬੰਧਕੀ ਜਾਂ ਕਾਰਜਸ਼ੀਲ ਨਿਯੰਤਰਣ ਕਿਸ ਦੁਆਰਾ ਵਰਤੀ ਜਾਂਦੀ ਹੈ? ਰੱਖਿਆ ਮੰਤਰਾਲਿਆ ਦੁਆਰਾ, ਕਿਉਂਕਿ ਇਹ ਸਿਕਿਉਰਿਟੀ ਫੋਰਸਿਸ ਵਾਸਤੇ ਯੂਜ਼ ਕਰਦੇ ਨੇ। ਤਾਂ ਰੱਖਿਆ ਮੰਤਰੀ ਨਾਲ ਸੰਬੰਧਿਤ ਹੈ ਤਾਂ ਆਪਣਾ ਡਿਫੈਂਸ ਮਿਨਿਸਟਰ ਕੌਣ ਹੈ? ਰਾਜਨਾਥ ਸਿੰਘ। ਠੀਕ ਹੈ ਜੀ, ਇਹ ਵੀ ਯਾਦ ਰੱਖਣਾ ਹੈ। ਰਾਜਨਾਥ ਸਿੰਘ ਹੈ ਜਿਹੜਾ ਡਿਫੈਂਸ ਮਿਨਿਸਟਰ ਹੈ। ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਦਾ ਅਹੁਦਾ ਕੀ ਹੈ? ਜੋ ਰਾਜ ਮੰਤਰੀ ਨੇ ਉਹਨਾਂ ਦਾ ਅਹੁਦਾ ਕੀ ਹੈ ਸੈਂਟਰ ਦੇ ਵਿੱਚ? ਸਹੀ ਆਨਸਰ ਹੈ ਜੀ, ਉਹ ਕੇਂਦਰ ਸਰਕਾਰ ਦੇ ਮੰਤਰੀ ਹਨ ਪਰ ਕੈਬਨਿਟ ਦੇ ਮੈਂਬਰ ਨਹੀਂ। ਕੈਬਨਿਟ 'ਚ ਅਲੱਗ ਹੁੰਦੇ ਨੇ, ਜਿਸ ਦੇ ਵਿੱਚ ਕੁਝ ਕੁ ਮੈਂਬਰ ਰੱਖੇ ਜਾਂਦੇ ਨੇ ਜੋ ਮੇਨ ਮਿਨਿਸਟਰੀਆਂ ਨੇ, ਜੋ ਐਜੂਕੇਸ਼ਨ, ਐਗਰੀਕਲਚਰ, ਡਿਫੈਂਸ, ਹੋਮ ਅਫੇਅਰਸ, ਫੋਰਨ ਅਫੇਅਰਸ, ਉਹਨਾਂ ਨੂੰ ਵੇਖਦੇ ਨੇ। ਪਰ ਜੋ ਸਟੇਟ ਮਿਨਿਸਟਰ ਹੁੰਦੇ ਨੇ ਉਹ ਸਿਰਫ ਮੰਤਰੀ ਹੁੰਦੇ ਨੇ ਕੇਂਦਰ ਦੇ, ਜਾਂ MP ਕਹਿ ਸਕਦੇ ਹਾਂ, MP ਹੁੰਦੇ ਨੇ, ਪਰ ਉਹ ਕੈਬਨਿਟ ਦੇ ਮੈਂਬਰ ਨਹੀਂ ਹੁੰਦੇ। ਹੇਠ ਲਿਖਿਆਂ ਵਿੱਚੋਂ ਕੌਣ ਇਸ ਸੰਬੰਧੀ ਸਾਰੇ ਮਾਮਲਿਆਂ ਦੇ ਸੰਸਦ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ
ਜ਼ਿੰਮੇਵਾਰ ਹੈ। ਹੇਠ ਲਿਖਿਆਂ ਦੇ ਮਤਲਬ ਕਿ ਕਿਹੜਾ ਮਾਮਲਾ ਹੈ ਜਿਹਦੇ ਵਿੱਚ ਹੋਮ ਮਿਨਿਸਟਰੀ ਸਿੱਧੀ ਸੰਸਦ ਪਾਰਲੀਮੈਂਟ ਨੂੰ ਜ਼ਿੰਮੇਵਾਰ ਹੈ। ਠੀਕ ਹੈ ਜੀ, ਉਹ ਕਿਹੜਾ ਹੈ? ਰੱਖਿਆ ਮੰਤਰੀ, ਜੋ ਡਿਫੈਂਸ ਮਿਨਿਸਟਰ ਹੈ ਉਹ ਪਾਰਲੀਮੈਂਟ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੁੰਦਾ ਹੈ। ਆਪਣੀ ਜੋ ਵੀ ਇਹ ਕੰਮ ਕਰਦਾ ਹੈ, ਜੋ ਵੀ ਉਸਦੇ ਆਪਣੇ ਐਕਸ਼ਨਸ ਹੁੰਦੇ ਨੇ ਜਾਂ ਜੋ ਵੀ ਉਸ ਤੋਂ ਘਟਨਾਵਾਂ ਹੁੰਦੀਆਂ ਨੇ ਉਸਦੇ ਵਾਸਤੇ। ਉਸ ਤੋਂ ਅਗਲਾ ਕੁਐਸ਼ਨ ਹੈ ਕਿ ਭਾਰਤ ਦੇ ਰਾਸ਼ਟਰਪਤੀ ਕਿੰਨੀ ਵਾਰ ਆਪਣੇ ਅਹੁਦੇ ਲਈ ਮੁੜ ਚੋਣ ਲੜ ਸਕਦੇ ਹਨ? ਤਾਂ ਇਹਦੇ ਵਾਸਤੇ ਕੋਈ ਵੀ ਲਿਮਟ ਨਹੀਂ ਹੈ। ਪ੍ਰੈਜ਼ੀਡੈਂਟ ਹੈ ਜਿਹੜਾ ਉਹ 5 ਸਾਲ ਲਈ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਸਦੀ ਕੋਈ ਵੀ ਲਿਮਟ ਨਹੀਂ ਹੈ। ਕਦੋਂ ਮਰਜ਼ੀ ਉਹ ਦੁਬਾਰਾ ਬਣ ਸਕਦਾ ਹੈ ਅਤੇ ਕਿੰਨੇ ਵਾਰ ਵੀ ਬਣ ਸਕਦਾ ਹੈ। ਅਤੇ ਫਸਟ ਪ੍ਰੈਜ਼ੀਡੈਂਟ ਤੁਹਾਨੂੰ ਦੱਸਿਆ ਰਾਜਿੰਦਰ ਪ੍ਰਸਾਦ ਨੇ, ਅਤੇ ਹੁਣ ਪ੍ਰੈਜ਼ੀਡੈਂਟ ਕੌਣ ਨੇ? ਰਾਮਨਾਥ ਕੋਵਿੰਦ। ਤਾਂ ਆਰਟੀਕਲ ਇਹਨਾਂ ਦਾ ਕੀ ਹੈ? 55। ਉਸ ਤੋਂ ਬਾਅਦ ਹੇਠ ਲਿਖੇ ਵਿੱਚੋਂ ਕਿਸ ਕੋਲ ਭਾਰਤ ਦੇ ਸੰਘ ਦੇ ਅੰਦਰ ਇੱਕ ਨਵਾਂ ਰਾਜ ਬਣਾਉਣ ਦੀ ਸ਼ਕਤੀ ਹੈ? ਸਟੇਟ ਇੰਡੀਆ ਦੇ ਵਿੱਚ ਜੇ ਕਿਤੇ ਵੀ ਸਟੇਟ ਬਣਾਉਣੀ ਹੈ ਨਵੀਂ, ਤਾਂ ਉਹ ਕਿਸ ਕੋਲ ਅਧਿਕਾਰ ਹੈ? ਉਸਦਾ ਅਧਿਕਾਰ ਹੈ ਸੁਪਰੀਮ ਰਾਸ਼ਟਰਪਤੀ ਦੇ ਕੋਲ। ਤਾਂ ਜਿਹੜਾ ਆਰਟੀਕਲ 3 ਹੈ ਇਹ ਕਿਸ ਲਈ ਯੂਜ਼ ਕੀਤਾ ਜਾਂਦਾ ਹੈ? ਨਵੀਂ ਸਟੇਟ ਬਣਾਉਣ ਵਾਸਤੇ ਜਾਂ ਉਸਨੂੰ ਬਾਊਂਡਰੀ ਹੈ ਘਟਾਉਣ ਵਧਾਉਣ ਵਾਸਤੇ। ਤਾਂ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਨਾਲ ਹੀ ਬਣਦਾ ਹੈ। ਕੀ ਪ੍ਰਧਾਨ ਮੰਤਰੀ ਉਹਨਾਂ ਮਾਮਲਿਆਂ ਬਾਰੇ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਪਾਬੰਦ ਹਨ ਜਿਨ੍ਹਾਂ 'ਤੇ ਉਹਨਾਂ ਦੀ ਸਲਾਹ ਮੰਗੀ ਗਈ ਹੈ? ਜਦੋਂ ਪ੍ਰਧਾਨ ਮੰਤਰੀ ਤੋਂ ਰਾਸ਼ਟਰਪਤੀ ਆ ਸਲਾਹ ਮੰਗਦਾ ਹੈ ਤਾਂ ਕੀ ਉਸਨੂੰ ਇਹ ਦੇਣੀ ਪੈਂਦੀ ਹੈ, ਜ਼ਰੂਰੀ ਹੋ ਜਾਂਦੀ ਹੈ ਜਾਂ ਨਹੀਂ? ਤਾਂ ਇਹ ਆਨਸਰ ਹੈ ਇਸ ਦਾ ਹਾਂ, ਕਿਉਂਕਿ ਪ੍ਰੈਜ਼ੀਡੈਂਟ ਨੇ ਜਦੋਂ ਸਲਾਹ ਮੰਗ ਲਈ ਤਾਂ ਉਦੋਂ ਪ੍ਰਧਾਨ ਮੰਤਰੀ ਨੂੰ ਸਲਾਹ ਦੇਣੀ ਹੀ ਪਊਗੀ, ਰਾਸ਼ਟਰਪਤੀ ਨੂੰ ਸਲਾਹ। ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ 'ਤੇ ਕੰਮ ਕਰਦਾ ਹੈ ਤਾਂ ਉਹ ਆਪਣੀ ਤਨਖਾਹ ਕੱਟਦਾ ਹੈ। ਜਦੋਂ ਵਾਈਸ ਪ੍ਰੈਜ਼ੀਡੈਂਟ ਐਜ਼ ਏ ਪ੍ਰੈਜ਼ੀਡੈਂਟ ਕੰਮ ਕਰਦਾ ਹੈ, ਜਦੋਂ ਪ੍ਰੈਜ਼ੀਡੈਂਟ ਨਹੀਂ ਹੁੰਦਾ, ਤਾਂ ਉਸਦੀ ਤਨਖਾਹ ਕਿਹੜੀ ਮਿਲੂਗੀ ਉਸਨੂੰ? ਵਾਈਸ ਪ੍ਰੈਜ਼ੀਡੈਂਟ ਵਾਲੀ ਜਾਂ ਪ੍ਰੈਜ਼ੀਡੈਂਟ ਵਾਲੀ? ਤਾਂ ਆਨਸਰ ਹੈ ਜੀ ਪ੍ਰੈਜ਼ੀਡੈਂਟ ਵਾਲੀ, ਰਾਸ਼ਟਰਪਤੀ ਦੀ। ਲਾਸਟ ਕੁਐਸ਼ਨ ਹੈ ਜੀ, ਹੇਠ ਵਿੱਚੋਂ ਕੌਣ ਕੇਂਦਰੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਭਾਗ ਲੈ ਸਕਦਾ ਹੈ? ਤਾਂ ਇਸ ਦਾ ਆਨਸਰ ਹੈ ਕੈਬਨਿਟ ਮੰਤਰੀ ਹੈ ਜਿਹੜਾ ਉਹ ਕੇਂਦਰੀ ਮੰਤਰੀ ਮੰਡਲ ਦੀਆਂ ਮੀਟਿੰਗਾਂ 'ਚ ਭਾਗ ਲੈ ਸਕਦਾ ਹੈ। ਤਾਂ ਹੋਰ ਚੀਜ਼ ਇੱਕ ਦੋ ਕੁਐਸ਼ਨ ਹੋਰ ਕਰ ਲੈਂਦੇ ਹਾਂ, ਜਿਵੇਂ ਕਿ ਸੀਟਸ ਨੇ ਜਿਹੜੀਆਂ ਲੋਕ ਸਭਾ ਦੇ ਵਿੱਚ ਉਹ ਟੋਟਲ ਕਿੰਨੀਆਂ ਬਣਾਈਆਂ ਗਈਆਂ ਨੇ? ਸੰਵਿਧਾਨ ਦੇ ਵਿੱਚ 552, ਪਰ ਐਟ ਪ੍ਰੈਜ਼ੈਂਟ ਹੈਗੀਆਂ ਨੇ 543। ਰਾਜ ਸਭਾ ਦੇ ਵਿੱਚ ਟੋਟਲ ਸੀਟਾਂ ਹੈਗੀਆਂ ਨੇ 245 ਇਸ ਟਾਈਮ, ਅਤੇ ਇਹਦੇ ਵਿੱਚ 12 ਜਣੇ ਨੇ ਉਹ ਨੋਮੀਨੇਟਡ ਹੁੰਦੇ ਨੇ, ਮੈਂਬਰ ਨੇ ਜਿਹੜੇ। ਠੀਕ ਹੈ ਜੀ, ਅਤੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਇਸ ਟਾਈਮ ਕੌਣ ਹੈ ਇੰਡੀਆ ਦਾ? ਉਹ ਹੈਗੀ ਐਮ ਵੈਂਕਈਆ ਨਾਇਡੂ, ਜਿਹੜਾ ਕਿ ਰਾਜ ਸਭਾ ਦਾ ਚੇਅਰਮੈਨ ਵੀ ਹੁੰਦਾ ਹੈ। ਇਹ ਵਾਈਸ ਪ੍ਰੈਜ਼ੀਡੈਂਟ ਹੁੰਦਾ, ਉਹੀ ਚੇਅਰਮੈਨ ਹੁੰਦਾ ਰਾਜ ਸਭਾ ਦਾ। ਠੀਕ ਹੈ ਜੀ, ਅਤੇ ਬਾਕੀ ਕੱਲ੍ਹ ਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਧੰਨਵਾਦ।